ਡਾਕਟਰ ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ਮਾਨਸਿਕ ਰੋਗ ਤੇ ਸਾਡਾ ਸਮਾਜ ਦਾ ਲੇਖ ਹੈ ਸਮਾਜੀ ਸ਼ੋਸ਼ਣ ਤੇ ਮਾਨਸਿਕ ਰੋਗ। ਸਮਾਜ ਦੇ ਵਿਕਾਸ ਦਾ ਰੂਪ ਜਾਣਨ ਤੋਂ ਮਗਰੋਂ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਸਮਾਜ ਦੇ ਹਰ ਦੌਰ 'ਚ ਦੋ ਵਿਰੋਧੀ ਸ਼ਕਤੀਆਂ ਹਰ ਵਕਤ ਮੌਜੂਦ ਰਹੀਆਂ ਹਨ, ਜਿਨ੍ਹਾਂ ਨੂੰ ਅਗਾਂਹ ਵਧੂ ਤੇ ਪਿਛਾਂਹ ਖਿੱਚੂ ਹੈ ਤੇ ਨਹੀਂ ਹੈ, ਸ਼ੋਸ਼ਣ ਕਰਨ ਵਾਲੀਆਂ ਤੇ ਸ਼ੋਸ਼ਿਤ ਹੋਣ ਵਾਲੀਆਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਸਮਾਜ ਦੇ ਵਿਕਾਸ ਨਾਲ ਸ਼ੋਸ਼ਣ ਦਾ ਵਿਕਾਸ ਵੀ ਹੋਇਆ ਹੈ। ਉਹਦੇ ਨਾਲ ਹੀ ਉਹਨੇ ਆਪਣਾ ਰੂਪ ਵੀ ਬਦਲਿਆ। ਪੱਥਰ ਯੁੱਗ ਤੋਂ ਮਸ਼ੀਨੀ ਯੁੱਗ ਤੱਕ ਸਾਮੰਤਵਾਦੀ ਪ੍ਰਥਾ, ਰਾਜਸੀ ਪ੍ਰਥਾ ਤੇ ਅੱਜ ਦੇ ਪੂੰਜੀਵਾਦੀ ਸਮਾਜ ਦੇ ਵਿਕਾਸ 'ਚ ਸ਼ੋਸ਼ਣ ਦੇ ਨਵੇਂ ਰੂਪ ਪ੍ਰਤੱਖ ਵੇਖੇ ਜਾ ਸਕਦੇ ਹਨ। ਸ਼ੋਸ਼ਣ ਕੀ ਹੈ? ਸ਼ੋਸ਼ਣ ਦਾ ਅਰਥ ਹੈ ਜ਼ਿਆਦਤੀ ਜਾਂ ਧੱਕਾ ਜੋ ਕਿ ਨਜਾਇਜ਼ ਹੋਵੇ। ਵੈਸੇ ਇਹ ਸ਼ਬਦ ਰਾਜਸੀ ਜਮਾਤ ਦੇ ਧੱਕੇ ਲਈ ਵਰਤਿਆ ਜਾਂਦਾ ਹੈ, ਪਰ ਸ਼ੋਸ਼ਣ ਨੂੰ ਸਹੀ ਅਰਥਾਂ 'ਚ ਇਸ ਤਰ੍ਹਾਂ ਸਮਝਿਆ ਜਾਏ ਤਾਂ ਇਹਦਾ ਘੇਰਾ ਜ਼ਿਆਦਾ ਵੱਡਾ ਹੋ ਸਕਦਾ ਹੈ। ਸ਼ੋਸ਼ਣ ਉਹ ਸਥਿਤੀ ਹੈ ਜਦੋਂ ਦੋ ਵਿਅਕਤੀ ਜਾਂ ਦੋ ਇਕਾਈਆਂ 'ਚੋਂ ਜੋ ਕਿ ਬਰਾਬਰ ਦੀ ਦਹਲੀਜ਼ ਤੇ ਖੜੇ ਹੋਣ, ਤੁਰ ਰਹੇ ਹੋਣ ਤੇ ਫੈਸਲਾ ਕਰਨ ਦਾ ਹੱਕ ਇੱਕ ਕੋਲ ਹੋਵੇ। ਫੈਸਲਾ ਕਰਨ ਦਾ ਹੱਕ ਦਿੱਤਾ ਜਾ ਸਕਦਾ ਹੈ, ਪਰ ਇਸ ਸ਼ਕਤੀ ਨੂੰ ਆਪਣੇ ਹਿੱਤ ਲਈ ਵਰਤਣਾ ਤੇ ਦੂਸਰੇ ਨੂੰ ਦੁਖੀ ਕਰਨਾ ਹੀ ਸ਼ੋਸ਼ਣ ਹੈ। ਇਸ ਤਰ੍ਹਾਂ ਸ਼ੋਸ਼ਣ ਦੇ ਦੋ ਰੂਪ ਹਨ, ਵਿਅਕਤੀਗਤ ਪੱਧਰ ਦਾ ਸ਼ੋਸ਼ਣ ਤੇ ਸਮਾਜੀ ਸ਼ੋਸ਼ਣ। ਵਿਅਕਤੀਗਤ ਪੱਧਰ ਦਾ ਇਹ ਸ਼ੋਸ਼ਣ ਸਿੱਧੇ ਰੂਪ 'ਚ ਘੱਟ ਸਾਹਮਣੇ ਆਉਂਦਾ ਹੈ, ਜ਼ਿਆਦਾਤਰ ਇਹ ਲੁਕਵੇਂ ਰੂਪ 'ਚ ਹੀ ਹੁੰਦਾ ਹੈ, ਜੋ ਕਿ ਧੋਖੇ ਤੇ ਅਗਿਆਨਤਾ ਰਾਹੀਂ ਪਨਪਦਾ ਹੈ। ਇਹ ਧੋਖਾ ਦੋ ਵਿਅਕਤੀਆਂ ਵਿਚਕਾਰ, ਜਿਵੇਂ ਦੋ ਭਰਾਵਾਂ, ਦੋ ਦੋਸਤਾਂ, ਪਤੀ ਪਤਨੀ ਜਾਂ ਪਿਓ ਪੁੱਤਰ ਆਦਿ ਵਿਚਕਾਰ ਹੁੰਦਾ ਹੈ। ਸਾਡੇ ਸਮਾਜ 'ਚ ਪਤੀ ਪਤਨੀ ਵਿਚਕਾਰ ਸ਼ੋਸ਼ਣ ਸਿੱਧੇ ਰੂਪ ਵਿੱਚ ਵੀ ਮਿਲਦਾ ਹੈ, ਜਿਸ ਤਰ੍ਹਾਂ ਕਿ ਪਤੀ ਵੱਲੋਂ ਪਤਨੀ ਨੂੰ ਕੁੱਟਣਾ, ਗਾਲਾਂ ਕੱਢਣੀਆਂ, ਹਰ ਜ਼ੋਰ ਜ਼ਬਰਦਸਤੀ ਕਰਨੀ, ਫਿਰ ਤਲਾਕ, ਆਤਮ ਹੱਤਿਆ ਜਾਂ ਮਾਰ ਦੇਣਾ ਵੀ ਪਤੀ ਪਤਨੀ ਸਬੰਧਾਂ 'ਚ ਦੇਖਿਆ ਜਾਂਦਾ ਹੈ। ਇਸੇ ਲਈ ਮਾਨਸਿਕ ਰੋਗਾਂ ਦੇ ਦੋ ਰੂਪ ਹਿਸਟੀਰੀਆ ਤੇ ਉਦਾਸੀ ਰੋਗ ਔਰਤਾਂ ਵਿੱਚ ਮਰਦਾਂ ਦੀ ਤੁਲਨਾ 'ਚ ਵੱਧ ਹੁੰਦੇ ਹਨ। ਦੂਸਰਾ, ਸਮਾਜਿਕ ਸ਼ੋਸ਼ਣ। ਇਹ ਇੱਕ ਉੱਚ ਪੱਧਰ ਦਾ ਸ਼ੋਸ਼ਣ ਹੁੰਦਾ ਹੈ। ਇਹ ਇੱਕ ਨੱਪਿਆ ਤੁਲਿਆ ਯੋਜਨਾਬੱਧ ਤਰੀਕੇ ਨਾਲ ਮਿਥਿਆ ਹੋਇਆ ਹੁੰਦਾ ਹੈ। ਰਾਜਸੀ ਜਮਾਤਾਂ ਜਨਤਾ ਨੂੰ ਕਾਬੂ 'ਚ ਰੱਖਣ ਲਈ, ਦਬਾ ਕੇ ਰੱਖਣ ਲਈ ਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਸ਼ੋਸ਼ਣ ਕਰਦੀਆਂ ਹਨ। ਉਹ ਹਰ ਇੱਕ ਪਹਿਲੂ ਤੋਂ, ਹਰ ਇੱਕ ਹੱਥਕੰਡੇ ਨੂੰ ਆਪਣੇ ਮੰਤਵ ਲਈ ਵਰਤਦੀਆਂ ਹਨ। ਸਰਕਾਰਾਂ ਆਪਣਾ ਕੰਮ ਜਾਰੀ ਰੱਖਣ ਲਈ ਕਿਸੇ ਵੀ ਤਰੀਕੇ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰਦੀਆਂ। ਸ਼ੋਸ਼ਣ ਦੇ ਦੋਹੇ ਰੂਪਾਂ ਦਾ ਸਿੱਧਾ ਤੇ ਲੁਕਵਾਂ ਭਾਵ ਧੱਕਾ ਤੇ ਧੋਖਾ ਪ੍ਰਯੋਗ ਕਰਨ ਲਈ ਰਾਜਸੀ ਜਮਾਤ ਦੀਆਂ ਆਪਣੀਆਂ ਸੰਸਥਾਵਾਂ ਹੁੰਦੀਆਂ ਹਨ। ਸੰਸਥਾਵਾਂ ਕੋਲ ਆਪਣੀ ਮਸ਼ੀਨਰੀ ਤੇ ਹਥਿਆਰ ਹੁੰਦੇ ਹਨ। ਇਹ ਮੁੱਖ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ: ਆਰਥਿਕ ਸੰਸਥਾਵਾਂ, ਰਾਜਨੀਤਿਕ ਸੰਸਥਾਵਾਂ, ਸਿਧਾਂਤਕ ਜਾਂ ਵਿਚਾਰਧਾਰਕ ਸੰਸਥਾਵਾਂ। ਆਰਥਿਕ ਸੰਸਥਾਵਾਂ। ਆਰਥਿਕਤਾ ਕਿਸੇ ਵੀ ਸਮਾਜ ਦਾ ਧੁਰਾ ਹੁੰਦੀ ਹੈ। ਇਹਨੂੰ ਮੁੱਢਲਾ ਢਾਂਚਾ ਵੀ ਕਹਿ ਸਕਦੇ ਹਾਂ, ਕਿਉਂਕਿ ਇਹਦੇ ਸਹਾਰੇ ਬਾਕੀ ਸਮਾਜਿਕ ਸੰਸਥਾਵਾਂ ਦੀ ਉਸਾਰੀ ਹੁੰਦੀ ਹੈ। ਮਨੁੱਖ ਦੀਆਂ ਲਗਭਗ ਸਾਰੀਆਂ ਜ਼ਰੂਰਤਾਂ ਪੈਸੇ ਨਾਲ ਜੁੜੀਆਂ ਹਨ। ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਰਥਿਕ ਸੰਸਥਾਵਾਂ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਇਹ ਭਾਵੇਂ ਕਿਸੇ ਨੌਕਰੀ ਦੇ ਰੂਪ 'ਚ ਹੋਵੇ ਜਾਂ ਕਰਜ਼ੇ ਦੇ ਰੂਪ 'ਚ। ਨੌਕਰੀ 'ਚ ਜੇ ਵੱਧ ਕੰਮ ਲੈ ਕੇ ਘੱਟ ਤਨਖਾਹ ਮਿਲੇ, ਕਰਜ਼ੇ ਲੈ ਕੇ ਵਿਆਜ ਹੀ ਨਾ ਮੁੜੇ, ਤਾਂ ਇਹ ਮਨ 'ਚ ਪਰੇਸ਼ਾਨੀ ਪੈਦਾ ਤਾਂ ਕਰਦੇ ਹੀ ਹਨ। ਇਸੇ ਤਰ੍ਹਾਂ ਵੱਡੇ ਅਦਾਰੇ ਜਿਵੇਂ ਬੈਂਕ, ਪਬਲਿਕ ਸੈਕਟਰ, ਪਲੈਨਿੰਗ ਕਮਿਸ਼ਨ, ਵਪਾਰੀ ਵਰਗ ਸਿੱਧੇ ਤੇ ਅਸਿੱਧੇ ਤੌਰ ਤੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੀਆਂ ਸੰਸਥਾਵਾਂ ਹਨ, ਜੋ ਕਿ ਹਕੂਮਤ ਕਰ ਰਹੀਆਂ ਜਮਾਤਾਂ ਦੇ ਹੱਕ ਵਿੱਚ ਹੀ ਭੁਗਤਦੀਆਂ ਹਨ। ਦੂਸਰਾ, ਰਾਜਨੀਤਿਕ ਸੰਸਥਾਵਾਂ। ਰਾਜਨੀਤਿਕ ਸੰਸਥਾਵਾਂ ਹਨ ਸਰਕਾਰ, ਅਫਸਰਸ਼ਾਹੀ, ਪੁਲਿਸ, ਜੇਲ੍ਹਾਂ, ਅਦਾਲਤਾਂ ਆਦਿ। ਇਹ ਸੰਸਥਾਵਾਂ ਨਿਯਮਾਂ ਦੀ ਆੜ ਹੇਠ ਲੋਕਾਂ ਨੂੰ ਦਬਾਉਂਦੀਆਂ ਹਨ। ਨਿਯਮਾਂ ਰਾਹੀਂ ਲੋਕਾਂ 'ਚ ਡਰ ਪੈਦਾ ਕਰਕੇ ਇਹ ਸੰਸਥਾਵਾਂ ਆਪਣੀ ਹਕੂਮਤ ਜਾਰੀ ਰੱਖਦੀਆਂ ਹਨ। ਕਿਹਾ ਤਾਂ ਜਾਂਦਾ ਹੈ ਕਿ ਇਹ ਸੰਸਥਾਵਾਂ ਆਮ ਲੋਕਾਂ ਨੂੰ ਸੁਰੱਖਿਆ ਦੇਣ ਲਈ ਹਨ, ਇਨਸਾਫ ਦਿਵਾਉਣ ਲਈ ਹਨ, ਪਰ ਸੱਚਾਈ ਤੋਂ ਸਭ ਵਾਕਿਫ ਹਨ ਕਿ ਪੁਲਿਸ, ਅਫਸਰਸ਼ਾਹੀ ਤੇ ਕਾਨੂੰਨ ਕਿਹਦੇ ਹੱਕ 'ਚ ਭੁਗਤਦੇ ਹਨ। ਆਰਥਿਕ ਸੰਸਥਾਵਾਂ ਨੂੰ ਕਾਇਮ ਰੱਖਣ ਲਈ ਵੀ ਰਾਜਨੀਤਿਕ ਸੰਸਥਾਵਾਂ ਦੀ ਹੋਂਦ ਬਹੁਤ ਜ਼ਰੂਰੀ ਹੈ। ਤੀਸਰਾ ਹੈ ਸਿਧਾਂਤਕ ਜਾਂ ਵਿਚਾਰਧਾਰਕ ਸੰਸਥਾਵਾਂ। ਸਿਧਾਂਤਾਂ ਦੇ ਨਾਂ ਤੇ ਇਹਨਾਂ ਸੰਸਥਾਵਾਂ ਦਾ ਗਠਨ ਹੁੰਦਾ ਹੈ। ਨੈਤਿਕ ਕਦਰਾਂ, ਧਰਮ ਤੇ ਸੱਭਿਆਚਾਰ ਦੇ ਨਾਂ ਤੇ ਇੱਕ ਵਿਚਾਰਧਾਰਾ ਨੂੰ ਲੋਕਾਂ ਦੇ ਮਨਾਂ 'ਚ ਵਸਾਉਣ ਦਾ ਯਤਨ ਕਰਦੀਆਂ। ਇਹ ਸੰਸਥਾਵਾਂ ਅਸਿੱਧੇ ਰੂਪ 'ਚ ਲੋਕਾਂ ਦਾ ਸ਼ੋਸ਼ਣ ਕਰਦੀਆਂ। ਇਹ ਸੰਸਥਾਵਾਂ ਜ਼ਿਆਦਾ ਖਤਰਨਾਕ ਹਨ, ਜੋ ਕਿ ਕਿਸੇ ਕਹਾਵਤਾਂ, ਲੋਕ ਧਾਰਾ, ਵਿਰਸੇ ਆਦਿ ਰਾਹੀਂ ਆਪਣਾ ਪੱਖ ਪੇਸ਼ ਕਰਦੀਆਂ ਹਨ। ਇਹਨਾਂ ਦਾ ਅਸਰ ਮਿੱਠੇ ਜ਼ਹਿਰ ਵਰਗਾ ਹੈ। ਇਸ ਵਿੱਚ ਲੋਕ ਸੰਚਾਰ ਮਤਲਬ ਰੇਡੀਓ, ਟੀਵੀ ਆਦਿ ਤੇ ਸਾਹਿਤ, ਧਾਰਮਿਕ ਸੰਸਥਾਵਾਂ, ਸੇਵਾ ਦਲ, ਕਲੱਬ ਆਪਣੇ ਵੱਖ-ਵੱਖ ਟੀਚੇ ਮਿੱਥ ਕੇ ਸਮਾਜ ਨੂੰ ਕੁਰਾਹੀ ਪਾਉਂਦੇ ਹਨ।
ਉਦਾਹਰਨ ਵਜੋਂ ਇੱਕ ਕਿੱਸਾ ਪੇਸ਼ ਕਰਦਾ ਜੋ ਗੱਲ ਸਪਸ਼ਟ ਹੋ ਸਕੇ। ਇੱਕ ਆਦਮੀ ਪੱਖੇ ਵੇਚਦਾ ਹੁੰਦਾ ਸੀ। ਉਹ ਹੋਕਾ ਦਿੰਦਾ, ਮੇਰੇ ਕੋਲ ਉਹ ਪੱਖਾ ਹੈ ਜੋ ਕਦੇ ਵੀ ਨਹੀਂ ਟੁੱਟਦਾ। ਉਹ ਰਾਜੇ ਦੇ ਮਹਿਲ ਕੋਲੋਂ ਲੰਘ ਰਿਹਾ ਸੀ। ਰਾਜੇ ਨੇ ਉਹਨੂੰ ਬੁਲਾ ਲਿਆ ਤੇ ਕਿਹਾ, ਇਹ ਕਿਵੇਂ ਹੋ ਸਕਦਾ, ਇਹ ਪੱਖਾ ਟੁੱਟਦਾ ਨਹੀਂ। ਉਹਨੇ ਕਿਹਾ, ਤੁਸੀਂ ਪੱਖਾ ਖਰੀਦ ਕੇ ਦੇਖੋ, ਝੂਠ ਹੋਵੇ ਤਾਂ ਮੈਨੂੰ ਕਦੇ ਵੀ ਬੁਲਾ ਕੇ ਜੋ ਸਜ਼ਾ ਦੇਣ ਹੋਵੇ ਦੇ ਦੇਣਾ, ਮੈਂ ਤਾਂ ਤੁਹਾਡੀ ਪਰਜਾ ਹਾਂ। ਰਾਜੇ ਨੇ ਪੱਖਾ ਲੈ ਕੇ ਮੁੱਲ ਪੁੱਛਿਆ ਤਾਂ 100 ਰੁਪਏ ਸੁਣ ਕੇ ਹੈਰਾਨ ਹੋਇਆ। ਇੰਨਾ ਜ਼ਿਆਦਾ ਮੁੱਲ? ਮੇਰੇ ਕੋਲ ਕਿੰਨੀ ਕਿਸਮ ਦੇ ਪੱਖੇ ਪਏ ਨੇ, ਪਰ ਇੰਨਾ ਮਹਿੰਗਾ ਤਾਂ ਕੋਈ ਵੀ ਨਹੀਂ। ਉਹਨੇ ਕਿਹਾ, ਇਹ ਮਹਿੰਗਾ ਤਾਂ ਹੀ ਹੈ ਕਿਉਂਕਿ ਟੁੱਟਦਾ ਨਹੀਂ, ਪਰ ਪੱਖਾ ਵਰਤਣ ਨਾਲ ਤਾਂ ਟੁੱਟਣਾ ਹੀ ਸੀ। ਰਾਜੇ ਨੇ ਉਹਨੂੰ ਬੁਲਾ ਕੇ ਕਿਹਾ, ਆਹ ਦੇਖ। ਉਸ ਆਦਮੀ ਨੇ ਕਿਹਾ, ਮਾਫ਼ ਕਰਨਾ, ਮੈਨੂੰ ਦੱਸੋਗੇ ਕਿ ਵਰਤਿਆ ਕਿਵੇਂ ਸੀ? ਰਾਜੇ ਨੂੰ ਗੁੱਸਾ ਆ ਗਿਆ, ਸਾਨੂੰ ਪੱਖੇ ਵਰਤਣ ਦਾ ਵੱਲ ਵੀ ਨਹੀਂ ਆਉਂਦਾ। ਉਹਨੇ ਬੇਨਤੀ ਕੀਤੀ, ਮਹਾਰਾਜ, ਮੈਂ ਤਾਂ ਪਹਿਲਾਂ ਹੀ ਮਾਫ਼ੀ ਮੰਗੀ ਹੈ, ਫੇਰ ਵੀ ਅਰਜ਼ ਕਰਾਂਗਾ ਕਿ ਜੇ ਮੈਨੂੰ ਦੱਸ ਦਿਓ ਤਾਂ ਜੋ ਮੈਂ ਆਪਣੇ ਪੱਖ ਵਿੱਚ ਗੱਲ ਕਰ ਸਕਾਂ। ਰਾਜੇ ਨੇ ਪੱਖਾ ਵਰਤ ਕੇ ਵਿਖਾ ਦਿੱਤਾ। ਉਹਨੇ ਕਿਹਾ, ਮੈਨੂੰ ਪਤਾ ਸੀ ਤੁਹਾਡਾ ਪੱਖਾ ਵਰਤਣ ਦਾ ਢੰਗ ਗਲਤ ਹੈ ਸਰਕਾਰ। ਫਿਰ ਉਹਨੇ ਪੱਖੇ ਨੂੰ ਹੱਥ 'ਚ ਫੜਿਆ, ਕਿਹਾ, ਪੱਖਾ ਹੱਥ 'ਚ ਫੜ ਕੇ ਸਿਰ ਨੂੰ ਹਿਲਾਓ, ਪੱਖਾ ਟੁੱਟ ਜਾਏ ਮੇਰੀ ਜ਼ਿੰਮੇਵਾਰੀ। ਅਕਸਰ ਹੀ ਇਸੇ ਤਰ੍ਹਾਂ ਲੋਕਾਂ ਨੂੰ ਬੇਵਕੂਫ ਦੱਸ ਕੇ ਉਹਨਾਂ ਉੱਪਰ ਬੇਅਕਲੀ ਦਾ ਲੇਬਲ ਲਾ ਕੇ ਉਹਨਾਂ 'ਚ ਹੀਣ ਭਾਵਨਾ ਭਰੀ ਜਾਂਦੀ ਹੈ। ਇਹ ਤੋਂ ਇਲਾਵਾ ਅਦ੍ਰਿਸ਼ਵਾਦ, ਹੋਣੀ ਅਣਹੋਣੀ, ਉਸ ਦੀ ਰਜ਼ਾ ਵਿੱਚ ਰਹਿਣਾ, ਭਾਣੇ ਨੂੰ ਮੰਨਣਾ, ਜੋ ਵੀ ਹੈ ਉਸ ਦਾਤੇ ਦੀ ਕਿਰਪਾ ਆਦਿ ਵਿਚਾਰਧਾਰਾਵਾਂ ਨੂੰ ਸਮਾਜ ਵਿੱਚ ਫੈਲਾਇਆ ਜਾਂਦਾ ਹੈ। ਸ਼ੋਸ਼ਣ ਤੇ ਵਿਮੁਖਤਾ। ਜਿਸ ਤਰ੍ਹਾਂ ਸਮਾਜ ਦੇ ਵਿਕਾਸ 'ਚ ਪੈਦਾਵਾਰ ਹੀ ਸਭ ਤੋਂ ਮਹੱਤਵਪੂਰਨ ਬਿੰਦੂ ਹੈ ਜਿਹਨੇ ਮਨੁੱਖ ਨੂੰ ਜਾਨਵਰਾਂ ਤੋਂ ਵੱਖਰਾ ਕੀਤਾ, ਤੇ ਇਸੇ ਪੈਦਾਵਾਰੀ ਸੰਕਲਪ ਨੇ ਆਰਥਿਕ ਸੰਸਥਾਵਾਂ ਨੂੰ ਹੋਂਦ ਵਿੱਚ ਲਿਆਂਦਾ। ਇਸ ਤਰ੍ਹਾਂ ਪੈਦਾਵਾਰੀ ਸੰਕਲਪ ਜਿੱਥੇ ਸਮਾਜ ਦੀ ਹੋਂਦ ਦਾ ਕਾਰਨ ਹੈ, ਉੱਥੇ ਇਹਨੇ ਸ਼ੋਸ਼ਣ ਦੀ ਸ਼ੁਰੂਆਤ ਵੀ ਕੀਤੀ। ਪੈਦਾਵਾਰ ਨੂੰ ਮੁੱਖ ਰੱਖਦੇ ਹੋਏ ਮਾਰਕਸ ਨੇ ਐਲੀਨੇਸ਼ਨ ਦਾ ਵਿਸ਼ਲੇਸ਼ਣ ਕੀਤਾ। ਐਲੀਨੇਸ਼ਨ ਨੂੰ ਪ੍ਰਗਟਾਉਣ ਲਈ ਸਿੱਧਾ ਜਿਹਾ ਫਾਰਮੂਲਾ ਹੈ, ਧੱਕਾ ਪਲੱਸ ਧੋਖਾ ਇਜ਼ ਇਕੁਅਲ ਟੂ ਐਲੀਨੇਸ਼ਨ। ਧੱਕਾ ਤੇ ਧੋਖਾ ਸਮਾਜ ਵਿੱਚ ਨਿਰੰਤਰ ਚੱਲ ਰਿਹਾ ਹੈ। ਸਾਰੀਆਂ ਸੰਸਥਾਵਾਂ, ਆਰਥਿਕ, ਰਾਜਨੀਤਿਕ, ਵਿਚਾਰਧਾਰਕ ਆਦਿ ਰਾਹੀਂ ਬਹੁ ਪ੍ਰਕਾਰੀ ਸ਼ੋਸ਼ਣ ਲੋਕਾਂ ਤੇ ਠੋਸਿਆ ਜਾ ਰਿਹਾ ਹੈ। ਮਾਰਕਸ ਦਾ ਮੁੱਖ ਵਿਸ਼ਲੇਸ਼ਣ ਪੈਦਾਵਾਰ ਨਾਲ ਸੰਬੰਧਿਤ ਹੈ। ਮਾਰਕਸ ਇਹਨੂੰ 4 ਅਵਸਥਾ 'ਚ ਪੇਸ਼ ਕੀਤਾ ਹੈ। ਪਹਿਲਾ, ਮਨੁੱਖ ਦਾ ਆਪਣੀ ਕਿਰਤ ਤੋਂ ਅੱਡ ਹੋਣਾ। ਮਨੁੱਖ ਨੇ ਆਪਣੀ ਪਛਾਣ ਆਪਣੇ 2 ਹੱਥਾਂ ਨਾਲ ਕੁਝ ਕਰਕੇ ਦਿਖਾਉਣ ਨਾਲ ਬਣਾਈ ਹੈ। ਜਦੋਂ ਕੋਈ ਮਨੁੱਖ ਕੁਝ ਪੈਦਾ ਕਰਦਾ ਹੈ ਜਾਂ ਮਸ਼ੀਨਾਂ ਰਾਹੀਂ ਕੁਝ ਬਣਾਉਂਦਾ ਹੈ ਤਾਂ ਉਹ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਕਰਕੇ ਉਹਨੂੰ ਸੰਤੁਸ਼ਟੀ ਮਿਲਦੀ ਹੈ। ਉਸ ਬਣੀ ਹੋਈ ਪੈਦਾ ਹੋਈ ਚੀਜ਼ 'ਚ ਉਹਨੂੰ ਆਪਣਾ ਅਕਸ ਦਿਖਾਈ ਦਿੰਦਾ ਹੈ। ਉਹ ਵਸਤੂ ਉਹਨੂੰ ਆਪਣਾ ਅਸਤਿਤਵ ਦਾ ਹਿੱਸਾ ਜਾਪਦੀ ਹੈ। ਪਰ ਜੇਕਰ ਉਹਦੀ ਕਿਰਤ ਕਿਸੇ ਇੱਕ ਆਦਮੀ ਕੋਲ ਇਕੱਠੀ ਹੋਈ ਜਾਵੇ ਜਾਂ ਉਹ ਆਪਣੀ ਕਿਰਤ ਨੂੰ ਸਰਮਾਏਦਾਰ ਦੀ ਝੋਲੀ 'ਚ ਪਾ ਦੇ ਤਾਂ ਕਿਰਤ ਸਰਮਾਏਦਾਰ ਦੇ ਨਾਂ ਨਾਲ ਜਾਣੀ ਜਾਏ ਤਾਂ ਮਨੁੱਖ ਮਤਲਬ ਕਰਤਾ ਆਪਣੀ ਕਿਰਤ ਤੋਂ ਟੁੱਟ ਜਾਂਦਾ ਹੈ, ਅੱਡ ਹੋ ਜਾਂਦਾ ਹੈ। ਤੇ ਜਦੋਂ ਉਸ ਕਿਰਤ ਨੇ ਉਹਦੀ ਪਛਾਣ ਹੀ ਨਹੀਂ ਬਣਨਾ ਤਾਂ ਉਸ ਵਸਤੂ ਤੋਂ ਨਿਖੜਨਾ ਇੱਕ ਸੁਭਾਵਿਕ ਪ੍ਰਕਿਰਿਆ ਹੈ। ਸਿੱਧੇ ਅਸਿੱਧੇ ਤਰੀਕੇ ਨਾਲ ਵਿਭਾਗ ਦੇ ਥਲੜੇ ਮਾਮਲੇ ਦਾ ਕੰਮ ਜੇਕਰ ਮੁਖੀ ਦੇ ਨਾਂ ਨਾਲ ਪਛਾਣਿਆ ਜਾਏਗਾ ਜਾਂ ਕਿਸੇ ਦਾ ਥੀਸਿਸ ਬੌਸ ਦੇ ਨਾਂ ਨਾਲ ਛਪੇਗਾ ਤਾਂ ਅਸੰਤੋਸ਼, ਬੇਚੈਨੀ ਤੇ ਬੇਗਾਨਗੀ ਦੇ ਲੱਛਣ ਤਾਂ ਪੈਦਾ ਹੋਣਗੇ। ਦੂਸਰਾ, ਆਪਣੇ ਆਪ ਤੋਂ ਟੁੱਟਣਾ। ਇਹ ਵਿਮੁਖਤਾ ਦੀ ਅਸਲੀ ਕੜੀ ਹੈ। ਜਦੋਂ ਮਨੁੱਖ ਦੀ ਕਿਰਤ, ਉਹਦੀ ਬਣਾਈ ਹੋਈ ਵਸਤੂ, ਉਹਦੀ ਪੈਦਾਵਾਰ, ਉਹਦੀ ਸਿਰਜਣਾ ਕਿਸੇ ਦੂਸਰੇ ਦੀ ਜਾਇਦਾਦ ਬਣ ਜਾਂਦੀ ਹੈ, ਕਿਸੇ ਹੋਰ ਸਰਮਾਏ ਨੂੰ ਜਾ ਕੇ ਵਧਾਉਂਦੀ ਹੈ, ਤਾਂ ਇਸ ਤਰ੍ਹਾਂ ਇੱਕ ਕਿਰਤ ਜਾਂ ਕੰਮ ਜੋ ਉਸ ਵੱਲੋਂ ਹੋਂਦ 'ਚ ਆ ਕੇ ਵੀ ਉਹਦਾ ਨਹੀਂ ਹੁੰਦਾ, ਉਹਦਾ ਵਿਰੋਧੀ ਹੋ ਜਾਂਦਾ ਹੈ। ਉਹ ਖੁਦ ਹੀ ਆਪਣੀ ਕਿਰਤ ਦੇ ਵਿਰੁੱਧ ਬੋਲਦਾ ਹੈ, ਉਹਨੂੰ ਆਪਣੇ ਦੁਸ਼ਮਣ ਵਾਂਗ ਨਿੰਦਦਾ ਹੈ, ਉਹਦੀ ਨਿਖੇਧੀ ਕਰਦਾ ਹੈ। ਇਸ ਤਰ੍ਹਾਂ ਉਹ ਆਪਣੇ ਹੀ ਕੰਮ ਦੀ ਨਿਖੇਧੀ ਕਰਦਾ ਹੋਇਆ ਆਪਣੇ ਆਪ ਤੋਂ ਟੁੱਟ ਜਾਂਦਾ ਹੈ, ਕਿਉਂਕਿ ਉਹ ਕੰਮ ਹੀ ਉਹਦੀ ਪਛਾਣ ਸੀ ਜੋ ਅੱਜ ਨਹੀਂ ਰਹੀ। ਜਿਸ ਕਿਰਤ ਨੇ ਉਹਦੀ ਪਛਾਣ ਬਣਨਾ ਸੀ, ਅੱਜ ਉਹ ਨਹੀਂ ਰਹੀ ਤਾਂ ਉਹ ਆਪਣੇ ਸਵੈ ਤੋਂ ਟੁੱਟ ਜਾਂਦਾ ਹੈ। ਆਪਣੀ ਹੋਂਦ ਤੋਂ ਟੁੱਟਣਾ ਹੀ ਐਲੀਨੇਟ ਹੋਣਾ ਹੈ, ਇਹੀ ਵਿਮੁਖਤਾ ਹੈ। ਤੀਸਰਾ, ਮਨੁੱਖ ਦਾ ਦੂਸਰੇ ਮਨੁੱਖ ਤੋਂ ਟੁੱਟਣਾ। ਪੈਦਾਵਾਰੀ ਸੰਕਲਪ ਨੇ ਵੰਡ ਦਾ ਸੰਕਲਪ ਪੈਦਾ ਕੀਤਾ ਹੈ। ਫਿਰ ਇੱਕ ਵਰਗ ਮਾਲਿਕ ਤੇ ਦੂਜਾ ਨੌਕਰ ਹੋਂਦ ਵਿੱਚ ਆਇਆ। ਇੱਕ ਕੋਲ ਹੈ, ਦੂਸਰੇ ਕੋਲ ਨਹੀਂ। ਇੱਕ ਵਰਗ ਦੂਸਰੇ ਵਰਗ ਲਈ ਕੰਮ ਕਰ ਰਿਹਾ ਹੈ। ਜਦੋਂ ਇੱਕ ਵਰਗ ਕੰਮ ਕਰ ਰਿਹਾ ਹੈ ਤੇ ਉਹਦੇ ਕੰਮ ਦੀ ਪਛਾਣ ਸਮਾਜ ਦੇ ਇੱਕ ਹੋਰ ਵਰਗ ਨੂੰ ਮਿਲ ਜਾਂਦੀ ਹੈ ਤਾਂ ਇਹ ਵਰਗ ਵੰਡ ਹੋਰ ਗੂੜੀ ਹੋ ਜਾਂਦੀ ਹੈ। ਇਸ ਤਰ੍ਹਾਂ ਹੌਲੀ ਹੌਲੀ ਇੱਕ ਵਰਗ ਕੰਮ ਕਰਨ ਵਾਲਾ ਕੰਮ ਆ ਜੋ ਕਿ ਕਿਰਿਆਸ਼ੀਲ ਹੈ, ਦੂਜੇ ਵਰਗ ਦੇ ਮਨੁੱਖ ਤੋਂ ਸਰਮਾਏਦਾਰ ਪੂੰਜੀਪਤੀ ਸ਼ੋਸ਼ਣ ਕਰਨ ਵਾਲਾ ਟੁੱਟ ਜਾਂਦਾ ਹੈ। ਜਦੋਂ ਸਮਾਜ ਵਿੱਚ 2 ਵਰਗਾਂ ਦੇ ਹਿੱਤ ਵੱਖਰੇ ਹਨ ਤਾਂ ਜ਼ਰੂਰ ਇਹ ਵਰਗ ਆਮਣੇ ਸਾਹਮਣੇ ਆ ਖੜਦੇ ਹਨ, ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਨ।
ਚੌਥਾ, ਮਨੁੱਖ ਦਾ ਆਪਣੀ ਨਸਲ ਤੋਂ ਟੁੱਟਣਾ। ਨਸਲ ਤੋਂ ਇੱਥੇ ਭਾਵ ਆਪਣੀ ਪੀੜ੍ਹੀ ਤੋਂ ਨਹੀਂ, ਸਗੋਂ ਨਸਲ ਤੋਂ ਮਤਲਬ ਆਦਮੀ ਦਾ ਆਪਣਾ ਆਪਾ, ਆਪਣਾ ਅਸਤਿਤਵ। ਵੈਸੇ ਡੂੰਘਾਈ ਨਾਲ ਸੋਚਿਆ ਜਾਏ ਤਾਂ ਅਗਲੀ ਪੀੜ੍ਹੀ ਵੀ ਮਨੁੱਖ ਦੇ ਆਪਣੇ ਅਸਤਿਤਵ ਦਾ ਹੀ ਪਰਛਾਵਾਂ ਹੁੰਦੀ ਹੈ। ਮਨੁੱਖ ਦਾ ਵਿਕਾਸ ਜਾਨਵਰਾਂ ਤੋਂ ਹੋਇਆ ਹੈ, ਇਹ ਆਪਾਂ ਜਾਣਦੇ ਹਾਂ। ਮਨੁੱਖ ਨੇ ਆਪਣੇ ਆਪ ਨੂੰ ਜਾਨਵਰਾਂ ਤੋਂ ਅੱਡ ਕੀਤਾ ਹੈ ਤਾਂ ਸਿਰਫ ਸਿਰਜਣਾ ਦੇ ਸਹਾਰੇ। ਜਾਨਵਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਪ੍ਰਕਿਰਤੀ ਦੇ ਸਹਾਰੇ ਹੀ ਛੱਡ ਕੇ ਰਹਿੰਦਾ ਹੈ। ਉਹਦੇ ਗੁਣ ਹਨ ਖਾਣਾ ਪੀਣਾ, ਰਹਿਣਾ, ਘਰ ਬਣਾਉਣਾ, ਬੱਚੇ ਪੈਦਾ ਕਰਨਾ। ਇਹ ਸਾਰੇ ਗੁਣ ਮਨੁੱਖ 'ਚ ਵੀ ਹਨ, ਪਰ ਮਨੁੱਖ ਪੈਦਾਵਾਰੀ ਨਾਲ ਕੁਝ ਸਿਰਜਦਾ ਹੈ। ਯੋਜਨਾਬੱਧ ਢੰਗ ਨਾਲ ਸਿਰਜਣਾ ਕਰਨੀ ਤੇ ਫਿਰ ਉਸ 'ਚੋਂ ਖੁਸ਼ੀ ਹਾਸਲ ਕਰਨੀ, ਉਹਦਾ ਆਨੰਦ ਮਾਣਨਾ। ਅੱਜ ਜੇ ਆਪਾਂ ਆਪਣਾ ਆਲਾ ਦੁਆਲਾ ਤੱਕੀਏ ਤਾਂ ਆਪਾਂ ਵੇਖ ਸਕਦੇ ਹਾਂ ਜੋ ਕੁਝ ਵੀ ਹੈ ਮੁੱਖ ਤੌਰ ਤੇ ਮਨੁੱਖੀ ਕਿਰਤ ਦੀ, ਮਨੁੱਖ ਦੀ ਸਿਰਜਣਾ ਸਦਕਾ ਹੀ ਹੈ। ਪਰ ਕਿਉਂਕਿ ਪੂੰਜੀਵਾਦੀ ਸਮਾਜ 'ਚ ਉਹਦੀ ਕਿਰਤ ਸਿਰਜਣਾ ਨਾਲ ਉਹਦਾ ਦੁਸ਼ਮਣ ਪੈਦਾ ਹੋ ਜਾਂਦਾ ਹੈ, ਇਸ ਲਈ ਉਹ ਕੰਮ ਸਿਰਫ ਮਜਬੂਰੀ ਥੱਲੇ ਹੀ ਕਰਦਾ ਹੈ। ਇਸ ਤਰ੍ਹਾਂ ਪੂੰਜੀਵਾਦੀ ਸਮਾਜ ਵਿੱਚ ਕਿਰਤ ਜਬਰੀ ਕਿਰਤ ਹੈ। ਇਸ ਤੋਂ ਇਲਾਵਾ ਉਹਦੀ ਕਿਰਤ ਨਾਲ ਪੈਦਾ ਹੋਇਆ ਉਹਦਾ ਦੁਸ਼ਮਣ ਮਤਲਬ ਸਰਮਾਇਆ ਉਸ ਕੰਮ ਦੀਆਂ ਹਾਲਤਾਂ ਨੂੰ ਅਣਮਨੁੱਖੀ ਬਣਾ ਦਿੰਦਾ ਹੈ। ਇਸ ਤਰ੍ਹਾਂ ਪੂੰਜੀਵਾਦੀ ਸਮਾਜ ਵਿੱਚ ਜੋ ਮਨੁੱਖ ਹੈ ਉਹ ਜਾਨਵਰ ਬਣ ਜਾਂਦਾ ਹੈ। ਜੋ ਜਾਨਵਰ ਵਾਲੇ ਗੁਣ ਹਨ ਉਹ ਮਨੁੱਖ 'ਚ ਤਾਕਤਵਰ ਬਣ ਕੇ ਸਾਹਮਣੇ ਆ ਜਾਂਦੇ ਹਨ। ਇਹੀ ਹੈ ਅਸਲੀ ਸ਼ਖਸੀਅਤ ਤੋਂ ਟੁੱਟਣਾ। ਜੇਕਰ ਮਨੁੱਖ ਦੇ ਸਰੀਰਕ ਵਿਕਾਸ ਵੱਲ ਝਾਤੀ ਮਾਰੀਏ ਤਾਂ ਮਨੁੱਖ ਦਾ ਦਿਮਾਗ ਸਾਰੇ ਜੀਵਾਂ ਤੋਂ ਵੱਧ ਵਿਕਸਿਤ ਹੋਇਆ ਹੈ। ਉਸ ਵਿੱਚ ਵੀ ਦੋ ਹਿੱਸੇ ਹਨ, ਸੈਰੀਬਰਮ ਤੇ ਸੈਰੀਬੈਲਮ। ਸੈਰੀਬਰਮ ਬੁੱਧੀਮਾਨੀ, ਤਰਕ ਤੇ ਵਿਵੇਕ ਵਾਲੀ ਥਾਂ ਹੈ। ਮਨੁੱਖ ਨੇ ਜੋ ਵੀ ਤਰੱਕੀ ਕੀਤੀ ਹੈ ਦਿਮਾਗ ਦੇ ਇਸੇ ਹਿੱਸੇ ਕਰਕੇ ਹੀ ਹੈ। ਸੈਰੀਬੈਲਮ ਵਿਕਾਸ ਦੇ ਦੌਰ 'ਚ ਘੱਟ ਹੋਇਆ ਹੈ। ਇਹ ਜਾਨਵਰੀ ਪ੍ਰਵਿਰਤੀਆਂ ਦਾ ਕੇਂਦਰ ਹੈ। ਇਹ ਤਰਕਹੀਣ ਹੈ, ਛੇਤੀ ਉਤੇਜਿਤ ਹੁੰਦਾ ਹੈ। ਅੱਜ ਸਰਮਾਏਦਾਰੀ ਇਸ ਕੇਂਦਰ ਨੂੰ ਉਕਸਾਉਣ ਤੇ ਲੋਕਾਂ ਨੂੰ ਖਾਣ ਪੀਣ, ਮਸਤੀ ਤੇ ਸੈਕਸ ਵੱਲ ਲੈ ਜਾ ਰਹੀ ਹੈ। ਬਲੂ ਫਿਲਮਾਂ, ਪੋਰਨੋਗ੍ਰਾਫੀ ਆਦਿ ਨੂੰ ਉਤਸ਼ਾਹਿਤ ਕਰਨਾ ਤੇ ਪ੍ਰਚਾਰਨਾ ਉਹਨਾਂ ਖਤਮ ਹੋ ਰਹੀਆਂ ਜਾਨਵਰੀ ਪ੍ਰਵਿਰਤੀਆਂ ਨੂੰ ਫੇਰ ਤੋਂ ਉਕਸਾਉਣਾ ਮਨੁੱਖ ਦੀ ਸਿਰਜਣ ਸ਼ਕਤੀ ਨੂੰ ਪੁੱਠਾ ਗੇੜਾ ਦੇਣਾ ਹੈ। ਵਿਮੁਖਤਾ ਮਤਲਬ ਐਲੀਨੇਸ਼ਨ ਦੀ ਪ੍ਰਤੀਕਿਰਿਆ। ਜਿਸ ਤਰ੍ਹਾਂ ਸਮਾਜ ਵਿੱਚ ਧੱਕਾ ਤੇ ਧੋਖਾ, ਵੱਖ-ਵੱਖ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੋਵੇ ਤਾਂ ਮਨੁੱਖ ਦੇ ਮਨ ਤੇ ਉਹਦੀ ਪ੍ਰਤੀਕਿਰਿਆ ਜ਼ਰੂਰ ਹੋਏਗੀ। ਇਹ ਪ੍ਰਤੀਕਿਰਿਆ ਦੋ ਤਰ੍ਹਾਂ ਦੀ ਹੈ। ਪਹਿਲਾ, ਸ਼ੋਸ਼ਣ ਪ੍ਰਤੀ ਅਣਜਾਣ ਹੋਣਾ। ਇੱਕ ਤਾਂ ਆਦਮੀ ਦੇ ਹਰ ਵਕਤ ਸ਼ੋਸ਼ਣ ਹੋ ਰਿਹਾ ਹੋਵੇ ਤੇ ਦੂਜਾ ਉਹਨੂੰ ਇਸ ਬਾਰੇ ਕੋਈ ਸੋਝੀ ਨਾ ਹੋਵੇ ਤੇ ਇੱਕ ਪ੍ਰਤੀਕਿਰਿਆ ਹੌਲੀ-ਹੌਲੀ ਉਸ ਆਦਮੀ ਦੇ ਦਿਮਾਗ 'ਚ ਰਿੱਝਦੀ ਰਹਿੰਦੀ ਹੈ। ਇਹਦੇ ਨਾਲ ਹੀ ਸ਼ੋਸ਼ਣ ਦੀ ਮਾਤਰਾ ਤੇ ਪ੍ਰਬਲਤਾ ਤੇ ਵੀ ਨਿਰਭਰ ਕਰਦਾ ਹੈ ਕਿ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੋਏਗੀ। ਸ਼ੋਸ਼ਣ ਪ੍ਰਤੀ ਅਣਜਾਣ ਹੋਣਾ, ਸ਼ੋਸ਼ਣ ਦੀ ਪ੍ਰਬਲਤਾ ਨੇ ਰਲ ਕੇ ਇੱਕ ਮਾਨਸਿਕ ਸਥਿਤੀ ਨੂੰ ਪੈਦਾ ਕਰਨਾ ਹੈ ਜਿਸ 'ਚ ਮਨੁੱਖ ਅੱਡ-ਅੱਡ ਰਹਿਣ ਲੱਗਦਾ ਹੈ, ਉਖੜਿਆ ਮਹਿਸੂਸ ਕਰਦਾ ਹੈ, ਜ਼ਿੰਦਗੀ ਦੀ ਅਸਲੀਅਤ ਤੋਂ ਕੱਟਿਆ ਹੋਇਆ ਜਿਹਾ ਹੁੰਦਾ ਹੈ। ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਜ਼ਿੰਦਗੀ 'ਚ ਉਸ ਕੋਲ ਕੋਈ ਮੰਤਵ ਨਹੀਂ, ਉਹ ਐਵੇਂ ਤੁਰਿਆ ਫਿਰਦਾ ਹੈ, ਉਹਨੂੰ ਕੋਈ ਚਾਹੁਣ ਵਾਲਾ ਨਹੀਂ, ਨਾ ਹੀ ਕੋਈ ਪਿਆਰ ਕਰਨ ਵਾਲਾ ਹੈ। ਭਾਵ ਇਹ ਲੱਛਣ ਹੌਲੀ-ਹੌਲੀ ਵੱਖ-ਵੱਖ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਰੂਪ ਧਾਰ ਲੈਂਦੇ ਹਨ। ਸ਼ੋਸ਼ਣ ਪ੍ਰਤੀ ਅਣਜਾਣ ਰਹਿਣਾ ਜਾਂ ਰੱਖਣਾ ਉਹਨਾਂ ਸੰਸਥਾਵਾਂ ਦਾ ਕਾਰਜ ਹੈ। ਉਹ ਸਾਰੀਆਂ ਸੰਸਥਾਵਾਂ ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਤੇ ਸਿਧਾਂਤਕ ਰਲ ਕੇ ਕੰਮ ਕਰਦੀਆਂ। ਇਹਨਾਂ ਦਾ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਇਸੇ ਗੱਲ ਤੇ ਲੱਗਦਾ ਹੈ ਕਿ ਲੁਕਵਾਂ ਸ਼ੋਸ਼ਣ ਹੀ ਕੀਤਾ ਜਾਏ, ਜਿਸ ਨਾਲ ਹੌਲੀ-ਹੌਲੀ ਰਿੱਝਦਾ ਹੋਇਆ ਮਨੁੱਖ ਵਿਹਾਰ 'ਚ ਤਬਦੀਲੀ ਤੋਂ ਬਾਅਦ ਮਨੋਰੋਗੀ ਬਣ ਜਾਂਦਾ ਹੈ। ਇਹ ਵਿਮੁਖਤਾ 3 ਰੂਪਾਂ 'ਚ ਦੇਖਣ ਨੂੰ ਮਿਲਦੀ ਹੈ। ਪਹਿਲਾ ਮਾਨਸਿਕ ਰੋਗ, ਦੂਜਾ ਮਾਨਸਿਕ ਤਣਾਅ ਕਾਰਨ ਸਰੀਰਕ ਰੋਗ, ਤੀਜਾ ਥਿੜਕਣ, ਭਟਕਣ ਜਾਂ ਕੁਰਾਹੇ ਪੈਣਾ। ਸ਼ੋਸ਼ਣ ਦਾ ਲੁਕਵਾਂ ਰੂਪ ਉੱਪਰਲੀਆਂ ਦਰਸਾਈਆਂ 3 ਹਾਲਤਾਂ 'ਚ ਕਿਹੜੀ ਮਾਨਸਿਕ ਬਿਮਾਰੀ ਦੀ ਸ਼ਕਲ ਅਖਤਿਆਰ ਕਰੇਗਾ ਬਹੁਤ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ। ਸਿਹਤ ਬਾਰੇ ਇੱਕ ਸਮਝ ਵਾਲੇ ਪਾਠ ਵਿੱਚ ਅਸੀਂ ਜਾਣ ਚੁੱਕੇ ਹਾਂ ਕਿ ਬਿਮਾਰੀ ਲਈ ਇੱਕ ਏਜੰਟ ਹੁੰਦਾ ਹੈ, ਇੱਕ ਵਾਤਾਵਰਨ ਹੁੰਦਾ ਹੈ ਤੇ ਮਨੁੱਖ ਦੀ ਆਪਣੀ ਸ਼ਖਸੀਅਤ। ਇਹ ਤਿੰਨਾਂ ਦਾ ਢੁਕਵਾਂ ਮੇਲ ਹੀ ਬਿਮਾਰੀ ਦੀ ਦਿਸ਼ਾ ਵੱਲ ਰਾਹ ਤਿਆਰ ਕਰੇਗਾ। ਇੱਕ ਤਾਂ ਸਮਾਜਿਕ ਵਿਵਸਥਾ ਹੈ ਜਿਸ 'ਚ ਵਿਅਕਤੀ ਰਹਿੰਦਾ ਹੈ। ਜਗੀਰੂ ਸਮਾਜ ਵਿੱਚ ਐਲੀਨੇਸ਼ਨ ਦਾ ਰੂਪ ਤੇ ਲੱਛਣ ਵੱਖਰੀ ਤਰ੍ਹਾਂ ਦੇ ਸਨ, ਜਦਕਿ ਸਾਮਰਾਜੀ ਦੇਸ਼ਾਂ ਤੇ ਨਵ ਬਸਤੀਵਾਦੀ ਦੇਸ਼ਾਂ 'ਚ ਅਲੱਗ-ਅਲੱਗ ਤਰ੍ਹਾਂ ਦੇ ਹਨ। ਇਸੇ ਤਰ੍ਹਾਂ ਆਦਮੀ ਦੀ ਆਪਣੀ ਸ਼ਖਸੀਅਤ ਜਿਸ 'ਚ ਪਰਿਵਾਰਕ ਪਰਵਰਿਸ਼, ਉਹਦੀ ਪੜ੍ਹਾਈ, ਗਿਆਨ ਆਦਿ ਦਾ ਵੀ ਇੱਕ ਵੱਡਾ ਹਿੱਸਾ ਹੈ। ਨਾਲ ਹੀ ਵਿਵਹਾਰ 'ਚ ਥਿੜਕਣ ਦਾ ਕਿਹੜਾ ਰੂਪ ਕਦੋਂ ਸਾਹਮਣੇ ਆਏਗਾ ਇਸ ਬਾਰੇ ਕਹਿਣਾ ਕੋਈ ਆਸਾਨ ਗੱਲ ਨਹੀਂ। ਇਹ ਤੋਂ ਇਲਾਵਾ ਮਾਨਸਿਕ ਰੋਗਾਂ ਬਾਰੇ ਪ੍ਰਤੀਕਰਮ, ਉਹਨਾਂ ਨੂੰ ਸਮਝਣਾ, ਮਾਨਸਿਕ ਰੋਗੀ ਨਾਲ ਵਿਵਹਾਰ ਆਦਿ ਹੋਰ ਪਹਿਲੂ ਹਨ ਜੋ ਕਾਫੀ ਗੁੰਝਲਦਾਰ ਹਨ। ਇਹ ਗੱਲਾਂ ਮਾਨਸਿਕ ਰੋਗ ਨੂੰ ਸਮਝਣ ਤੇ ਉਹਦੇ ਇਲਾਜ ਲਈ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਉਂਦੀਆਂ ਹਨ। ਮਾਨਸਿਕ ਰੋਗ ਨੂੰ ਸਮਝਣ ਤੋਂ ਬਿਨਾਂ ਅਜੇ ਤਾਂ ਮਨੁੱਖੀ ਵਿਵਹਾਰ ਦੀ ਤਹਿ ਤੀਕ ਪਹੁੰਚਣਾ ਵੀ ਕੋਈ ਸੌਖਾ ਕੰਮ ਨਹੀਂ ਹੈ।
ਕਿਸੇ ਬਾਰੇ ਕਹਿੰਦੇ ਹੋਏ ਤੁਸੀਂ ਆਮ ਸੁਣਿਆ ਹੋਵੇਗਾ, ਰਿਕਸ਼ੇ ਵਾਲੇ 100 ਕੁ ਰੁਪਏ ਮਾਮੂਲੀ ਗੱਲ ਹੈ, ਕਮਾ ਲੈਂਦੇ ਹਨ, ਪਰ ਸਾਲੇ ਜਿੰਨੇ ਪੈਸੇ ਮਰਜ਼ੀ ਕਮਾਉਣ ਸ਼ਾਮੀ ਸ਼ਰਾਬ ਜ਼ਰੂਰ ਪੀਣਗੇ। ਪਰ ਇਹ ਕਿਉਂ? ਸ਼ਰਾਬ ਪੀਣਾ ਆਪਣੇ ਆਪ 'ਚ ਇੱਕ ਸਮਾਜਿਕ ਰੋਗ ਹੈ। ਉਹ ਘਰ ਜਾਂਦਾ ਹੈ, ਘਰ 'ਚ ਬੱਚੇ ਰੋਂਦੇ ਨੇ, ਬੀਵੀ ਲੜਦੀ ਝਗੜਦੀ ਹੈ, ਮਾਂ ਜਾਂ ਪਿਓ ਬਿਮਾਰ ਹੋਏਗਾ। ਸ਼ਰਾਬ ਪੀ ਕੇ ਆਪਣੀ ਅੱਡ ਦੁਨੀਆ 'ਚ ਚਲਾ ਜਾਂਦਾ ਹੈ ਕਿ ਖਸਮਾਂ ਨੂੰ ਖਾਣ। ਮੈਨੂੰ ਇੱਕ ਦੋਸਤ ਗੱਲ ਸੁਣਾਉਣ ਲੱਗਾ ਕਿ ਉਹ ਇੱਕ ਦਿਨ ਪਿਕਚਰ ਵੇਖਣ ਗਿਆ। ਪਿਕਚਰ ਨਵੀਂ ਰਿਲੀਜ਼ ਹੋਈ ਸੀ ਤੇ ਟਿਕਟਾਂ ਬਲੈਕ 'ਚ ਮਿਲ ਰਹੀਆਂ ਸੀ। ਉਹਨੇ ਸੋਚਿਆ ਫਿਰ ਦੇਖ ਲਵਾਂਗੇ। ਤਦੇ ਇੱਕ 10-12 ਸਾਲਾਂ ਦਾ ਮੁੰਡਾ ਜਿਹਨੇ ਗਲ ਵਿੱਚ ਬੂਟ ਪਾਲਿਸ਼ ਵਾਲਾ ਥੈਲਾ ਪਾਇਆ ਸੀ, ਟਿਕਟ ਬਲੈਕ 'ਚ ਲਈ ਤੇ ਪਿਕਚਰ ਵੇਖਣ ਚਲਾ ਗਿਆ। ਮੇਰਾ ਦੋਸਤ ਉਹਨੂੰ ਗਾਲਾਂ ਕੱਢ ਰਿਹਾ ਸੀ। ਮੈਂ ਕਿਹਾ ਇਹ ਗੱਲ ਤੇਰੀ ਠੀਕ ਹੈ, ਪਰ ਇਸ ਗੱਲ ਦਾ ਕੋਈ ਜਵਾਬ ਹੈ ਕਿ ਇਹ ਉਮਰ ਬੂਟ ਪਾਲਿਸ਼ ਕਰਨ ਦੀ ਹੈ? ਤੜਕੇ ਸਕੂਲ ਜਾਂਦੇ ਬੱਚਿਆਂ ਨੂੰ ਵੇਖ ਕੇ ਉਹਦੇ ਮਨ ਤੇ ਕੀ ਬੀਤਦਾ ਹੋਏਗਾ, ਕਦੇ ਸੋਚਿਆ? ਇਸ ਗੱਲ ਦਾ ਕੋਈ ਜਵਾਬ ਨਹੀਂ। ਹਰ ਕੋਈ ਉਸੇ ਵਿਅਕਤੀ ਨੂੰ ਹੀ ਉਹਦੇ ਦੁੱਖ ਤਕਲੀਫ ਪਰੇਸ਼ਾਨੀ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ। ਇਸੇ ਤਰ੍ਹਾਂ ਹੀ ਹੋਰ ਸਮੱਸਿਆਵਾਂ ਜਿਵੇਂ ਸੈਕਸ ਦੀਆਂ ਬਿਮਾਰੀਆਂ, ਦੁਰਘਟਨਾਵਾਂ, ਖੁਦਕੁਸ਼ੀ ਆਦਿ ਕਿਸੇ ਨਾ ਕਿਸੇ ਪਹਿਲੂ ਤੋਂ ਮਨੁੱਖੀ ਵਿਵਹਾਰ ਦੀ ਥਿੜਕਣ ਦੇ ਉਦਾਹਰਣ ਹੀ ਹਨ। ਇਹਨਾਂ ਰੂਪਾਂ ਨੂੰ ਵੀ ਸਮਝਣਾ ਕਾਫੀ ਲਾਹੇਵੰਦ ਹੈ। ਵਿਮੁਖਤਾ ਦੇ ਰੂਪ: ਧੱਕਾ ਪਲੱਸ ਧੋਖਾ, ਵਿਮੁਖਤਾ ਤੇ ਮਾਨਸਿਕ ਸਮੱਸਿਆਵਾਂ। ਇਹਦੇ 3 ਹਿੱਸੇ: ਮਾਨਸਿਕ ਰੋਗ, ਮਾਨਸਿਕ ਤਣਾਅ ਕਾਰਨ ਸਰੀਰਕ ਰੋਗ ਤੇ ਥਿੜਕਣ ਭਟਕਣ ਜਾਂ ਕੁਰਾਹੇ ਪੈਣਾ। ਮੈਂਟਲ ਇਲਨੈਸ ਮਤਲਬ ਮਾਨਸਿਕ ਰੋਗ, ਫਿਕਰ ਰੋਗ, ਸਨਕ, ਡਰ, ਸਨੀਪਾਤ, ਉਦਾਸੀ ਰੋਗ ਤੇ ਪਾਗਲਪਨ। ਮਾਨਸਿਕ ਤਣਾਅ ਕਾਰਨ ਸਰੀਰਕ ਰੋਗ: ਸਿਰ ਦਰਦ, ਤੇਜ਼ਾਬੀ ਮਿਹਦਾ, ਬਲੱਡ ਪ੍ਰੈਸ਼ਰ, ਦਿਲ ਤੇ ਖੂਨ ਦੀਆਂ ਨਾੜੀਆਂ ਦੇ ਰੋਗ, ਸ਼ੂਗਰ ਰੋਗ, ਗਠੀਆ। ਥਿੜਕਣ ਭਟਕਣ ਜਾਂ ਕੁਰਾਹੇ ਪੈਣਾ: ਨਸ਼ਿਆਂ ਵੱਲ ਝੁਕਾਅ, ਆਤਮ ਹੱਤਿਆ, ਐਕਸੀਡੈਂਟ, ਸੈਕਸ ਵੱਲ ਜ਼ਿਆਦਾ ਝੁਕਾਅ ਤੇ ਅਮਾਨਵੀ ਢੰਗ ਤੇ ਜ਼ਿਆਦਾ ਖਾਣ ਪੀਣ ਵਿੱਚ ਖੁਸ਼ੀ ਹਾਸਲ ਕਰਨੀ ਤੇ ਸਮਾਜ ਤੋਂ ਦੌੜ ਜਾਣਾ। ਕਿੰਨੀ ਹਾਸੋਹੀਣੀ ਗੱਲ ਹੈ ਕਿ ਸੈਕਸ ਦੀਆਂ ਬਿਮਾਰੀਆਂ, ਸਿਫਿਲਿਸ, ਗਨੋਰੀਆ ਆਦਿ ਬਾਰੇ ਜਦੋਂ ਦੱਸਿਆ ਜਾਂਦਾ ਹੈ ਤਾਂ ਉਹਦਾ ਇੱਕ ਕਾਰਨ ਹੈ ਵੇਸ਼ਵਾਵ੍ਰਿਤੀ, ਜਦਕਿ ਵੇਸ਼ਵਾਵ੍ਰਿਤੀ ਆਪਣੇ ਆਪ 'ਚ ਇੱਕ ਸਮਾਜਿਕ ਰੋਗ ਹੈ। ਵੇਸ਼ਵਾਵ੍ਰਿਤੀ ਦੇ ਕਾਰਨਾਂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਕਈ ਕਾਰਨਾਂ 'ਚੋਂ ਇੱਕ ਕਾਰਨ ਦੱਸਿਆ ਜਾਂਦਾ ਹੈ ਪੈਸੇ ਕਮਾਉਣ ਦਾ ਆਸਾਨ ਤਰੀਕਾ। ਦਰਅਸਲ ਹਰ ਇੱਕ ਕਾਰਨ ਆਪਣੇ ਆਪ 'ਚ ਇੱਕ ਬਿਮਾਰੀ ਹੈ। ਇੱਕ ਤਰ੍ਹਾਂ ਇੱਕ ਬਿਮਾਰੀ ਨੂੰ ਦੂਸਰੀ ਬਿਮਾਰੀ ਦਾ ਕਾਰਨ ਦੱਸ ਕੇ ਅਸਲ ਸਮੱਸਿਆ ਤੋਂ ਓਹਲੇ ਹੋਣ ਵਾਲੀ ਗੱਲ ਹੈ। ਇਸੇ ਤਰ੍ਹਾਂ ਹੀ ਐਕਸੀਡੈਂਟ ਬਾਰੇ ਹੈ। ਕਿਹਾ ਜਾਂਦਾ ਦੁਰਘਟਨਾਵਾਂ ਕਦੇ ਅਚਾਨਕ ਨਹੀਂ ਹੁੰਦੀਆਂ। ਐਕਸੀਡੈਂਟਸ ਆਰ ਨੈਵਰ ਐਕਸੀਡੈਂਟਲ। 71% ਦੁਰਘਟਨਾਵਾਂ ਦਾ ਕੋਈ ਕਾਰਨ ਹੁੰਦਾ ਹੈ। 29% ਦੁਰਘਟਨਾਵਾਂ ਦਰਅਸਲ ਕੁਦਰਤੀ ਆਫਤਾਵਾਂ ਹਨ, ਜਿਵੇਂ ਬਿਜਲੀ ਡਿੱਗਣੀ, ਭੂਚਾਲ, ਤੂਫਾਨ, ਹੜ੍ਹ ਆਦਿ। ਸੜਕ ਤੇ ਰੇਲਵੇ ਦੁਰਘਟਨਾਵਾਂ, ਫੈਕਟਰੀਆਂ ਜਾਂ ਘਰ 'ਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਇਹ ਆਮ ਕਿਹਾ ਜਾਂਦਾ ਹੈ ਕਿ ਸਾਲਾ ਸ਼ਰਾਬ ਪੀਤੀ ਜਾਂਦਾ ਸੀ ਜਾਂ ਗੱਡੀ ਫੁੱਲ ਸਪੀਡ ਤੇ ਸੀ। ਸ਼ਰਾਬ ਬਾਰੇ ਤਾਂ ਆਪਾਂ ਗੱਲ ਕਰ ਲਈ ਹੈ, ਪਰ ਗੱਡੀ ਨੂੰ ਫੁੱਲ ਸਪੀਡ ਤੇ ਚਲਾਉਣਾ ਵੀ ਮਾਨਸਿਕ ਥਿੜਕਣ ਦੀ ਨਿਸ਼ਾਨੀ ਹੈ, ਇੱਕ ਤਰ੍ਹਾਂ ਦਾ ਈਗੋਇਜ਼ਮ ਹੈ। ਇਹ ਤੋਂ ਇਲਾਵਾ ਤਣਾਅ ਵਿੱਚ ਕਿਸੇ ਵੀ ਤਰ੍ਹਾਂ ਦੇ ਗੁੱਸੇ 'ਚ ਹੋਣਾ ਕੁਝ ਵੱਖਰੇ ਕਾਰਨ ਹਨ। ਖੁਦਕੁਸ਼ੀ ਦਾ ਮੁੱਖ ਕਾਰਨ ਮਾਯੂਸੀ ਹੈ। ਆਦਮੀ ਆਪਣੇ ਆਲੇ ਦੁਆਲੇ ਤੋਂ ਕੁੰਠਿਤ ਹੋ ਜਾਂਦਾ ਹੈ। ਇਸ ਮਾਯੂਸੀ ਕਾਰਨ ਮਨੁੱਖ ਆਪਣੇ ਆਪ ਤੋਂ ਵੱਖ ਜਿਹਾ ਹੁੰਦਾ ਜਾਪਦਾ ਹੈ। ਦਰਅਸਲ ਇਹ ਅਚੇਤਨ ਮਨ ਵਿੱਚ ਸਮਾਜ ਤੋਂ ਵਖਰੇਵਾਂ ਹੈ, ਸਮਾਜ ਦੇ ਪ੍ਰਤੀ ਰੋਸ ਹੈ, ਉਹਦੀ ਹੋਂਦ ਤੋਂ ਇਨਕਾਰੀ ਹੈ। ਇਸੇ ਲਈ ਹੀ ਸੋਝੀ ਵਧਣ ਨਾਲ ਖੁਦਕੁਸ਼ੀ ਦੀ ਦਰ ਵੱਧ ਜਾਂਦੀ ਹੈ, ਕਿਉਂਕਿ ਚੇਤਨ ਹੋਣ ਨਾਲ ਵਿਸ਼ਲੇਸ਼ਣ ਹੁੰਦਾ ਹੈ ਤੇ ਆਦਮੀ ਸੱਚ ਤੇ ਧੋਖੇ ਨੂੰ ਨਿਖੇੜ ਸਕਦਾ ਹੈ। ਤੇ ਫਿਰ ਇਸ ਸੋਝੀ ਤੋਂ ਬਾਅਦ ਜਾਂ ਤਾਂ ਗੁੱਸਾ ਹੁੰਦਾ ਹੈ ਜਾਂ ਫਿਰ ਖੁਦਕੁਸ਼ੀ। ਇਹ ਪ੍ਰਤੀਕਿਰਿਆ ਵੀ ਮਨੁੱਖ ਦੇ ਵਿਅਕਤਿਤਵ ਤੇ ਨਿਰਭਰ ਕਰਦੀ ਹੈ ਕਿ ਉਹਨੇ ਕੀ ਪ੍ਰਤੀਕਰਮ ਦੇਣਾ ਹੈ। ਆਪਾਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਦੇਸ਼ ਵਿੱਚ ਹੋਣ ਵਾਲੇ ਆਤਮ ਹੱਤਿਆ ਦੇ ਕੇਸਾਂ ਵਿੱਚੋਂ ਅੱਧੇ ਕੇਸ ਕੇਰਲ, ਤਾਮਿਲਨਾਡੂ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਦੇ ਹਿੱਸੇ ਆਉਂਦੇ ਹਨ। ਇੱਥੇ ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਕੇਰਲ ਤੇ ਤਾਮਿਲਨਾਡੂ 'ਚ ਸਾਖਰਤਾ ਦੀ ਦਰ ਮਤਲਬ ਪੜ੍ਹੇ ਲਿਖਿਆਂ ਦੀ ਦਰ ਹਿੰਦੁਸਤਾਨ 'ਚ ਸਭ ਤੋਂ ਵੱਧ ਹੈ। ਸਾਰੀ ਗੱਲ ਤੋਂ ਆਪਾਂ ਚੰਗੀ ਤਰ੍ਹਾਂ ਸਿੱਟਾ ਕੱਢ ਸਕਦੇ ਹਾਂ ਕਿ ਮਨੋਰੋਗਾਂ ਦੇ ਰੂਪਾਂ ਨੂੰ ਸਮਝਣਾ ਕਿੰਨਾ ਮੁਸ਼ਕਿਲ ਹੈ। ਕਿਸੇ ਵਿਅਕਤੀ ਦੇ ਵਿਵਹਾਰ ਨੂੰ ਉਹਦੇ ਪੂਰੇ ਆਲੇ ਦੁਆਲੇ 'ਚ ਰੱਖ ਕੇ ਪੁਣ ਛਾਣ ਕਰਨਾ, ਫਿਰ ਉਹ ਤੋਂ ਕਿਸੇ ਤਰ੍ਹਾਂ ਦਾ ਰੋਗੀ ਹੋਣ ਦਾ ਸਿਰਲੇਖ ਲਾਉਣਾ ਕੋਈ ਸੌਖਾ ਕੰਮ ਨਹੀਂ ਹੈ, ਕਿਉਂਕਿ ਵਿਅਕਤੀ ਆਪਣੀਆਂ ਆਦਤਾਂ, ਆਪਣੇ ਸੁਭਾਅ, ਆਪਣੀ ਭਾਸ਼ਾ, ਆਪਣੇ ਹੁਨਰ ਸਮਾਜ ਵਿੱਚ ਫੈਲੇ ਪ੍ਰਸਾਰੇ ਤੋਂ ਲੈਂਦਾ ਹੈ। ਤੇ ਜਦੋਂ ਉਹਦਾ ਵਿਹਾਰ ਥਿੜਕਦਾ ਹੈ ਤਾਂ ਉਹਦਾ ਪ੍ਰਗਟਾਵਾ ਵੀ ਆਪਣੇ ਆਲੇ ਦੁਆਲੇ 'ਚ ਫੈਲੇ ਸੰਕੇਤਾਂ ਤੇ ਭਾਸ਼ਾ ਰਾਹੀਂ ਹੀ ਸਾਡੇ ਸਾਹਮਣੇ ਕਰਦਾ ਹੈ। ਕਿਸੇ ਵੀ ਪਾਗਲ ਆਦਮੀ ਨੂੰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਜੋ ਉਸਦੇ ਗਿਆਨ ਦਾ ਹਿੱਸਾ ਨਹੀਂ ਹੁੰਦੀ।
ਉਹ ਕੋਈ ਉਸ ਤਰ੍ਹਾਂ ਦੀ ਭਾਸ਼ਾ ਦਾ ਸ਼ਬਦ ਨਹੀਂ ਬੋਲਦਾ ਜੋ ਉਹਨੇ ਕਦੇ ਸਿੱਖਿਆ ਜਾਂ ਸੁਣਿਆ ਨਹੀਂ। ਇਸ ਲਈ ਜਦੋਂ ਤਬਦੀਲੀ ਆਉਂਦੀ ਹੈ ਤਾਂ ਉਹਨੂੰ ਅਸੀਂ ਬਹੁਤਾ ਨਹੀਂ ਗੌਲਦੇ, ਕਿਉਂਕਿ ਗੁੱਸਾ, ਹਾਸਾ, ਰੋਣਾ, ਗਾਲਾਂ ਕੱਢਣੀਆਂ, ਬੁਰਾ ਵਰਤਾਓ ਕਰਨਾ ਆਦਿ ਰੋਜ਼ਮਰਾ ਦੀ ਗੱਲ ਵੀ ਤਾਂ ਹੋ ਸਕਦੇ ਹਨ, ਖਾਸ ਕਰਕੇ ਅਨਪੜ੍ਹ ਸਮਾਜ 'ਚ ਜਿੱਥੇ ਸੋਝੀ ਨਹੀਂ ਹੁੰਦੀ। ਵਿਹਾਰ ਦਾ ਫਰਕ ਤਾਂ ਜਲਦੀ ਵੀ ਫੜਿਆ ਜਾ ਸਕਦਾ ਹੈ ਜੇਕਰ ਥੋੜ੍ਹਾ ਜਿਹਾ ਗੌਰ ਕੀਤਾ ਜਾਏ। ਇਸ ਗੱਲ ਦਾ ਧਿਆਨ ਰੱਖਿਆ ਜਾਏ ਕਿ ਕੱਲ੍ਹ ਤੱਕ ਤਾਂ ਇਸ ਤਰ੍ਹਾਂ ਨਹੀਂ ਸੀ, ਅੱਜ ਕਿਉਂ? ਇਹਨੂੰ ਵੈਸੇ ਹੀ ਟਾਲ ਦੇਣ ਨਾਲ ਬਿਮਾਰੀ ਜ਼ਿਆਦਾ ਅੱਗੇ ਵੱਧ ਸਕਦੀ ਹੈ, ਗੱਲ ਭਾਵੇਂ ਮਾਮੂਲੀ ਮਾਨਸਿਕ ਪਰੇਸ਼ਾਨੀ ਦੀ ਹੀ ਹੋਵੇ। ਦੂਸਰਾ ਹੈ ਸ਼ੋਸ਼ਣ ਪ੍ਰਤੀ ਚੇਤਨ ਹੋਣਾ। ਇਹ ਸ਼ੋਸ਼ਣ ਤੋਂ ਪੈਦਾ ਹੋਣ ਵਾਲੀ ਦੂਸਰੀ ਕਿਸਮ ਦੀ ਮਾਨਸਿਕ ਪ੍ਰਤੀਕਿਰਿਆ ਹੈ। ਜੇ ਸ਼ੋਸ਼ਿਤ ਵਿਅਕਤੀ ਸ਼ੋਸ਼ਣ ਤੋਂ ਚੇਤਨ ਹੋ ਜਾਏ ਤਾਂ ਪ੍ਰਤੀਕਿਰਿਆ ਬਿਲਕੁਲ ਬਦਲ ਜਾਂਦੀ ਹੈ। ਐਲੀਨੇਸ਼ਨ ਦੀ ਬਜਾਏ ਉਹੀ ਸ਼ੋਸ਼ਣ ਰੋਹ ਜਾਂ ਗੁੱਸਾ ਪੈਦਾ ਕਰਦਾ ਹੈ। ਆਪਾਂ ਇਸ ਉਦਾਹਰਨ ਤੋਂ ਸਮਝ ਸਕਦੇ ਹਾਂ ਕਿ ਇੱਕ ਆਦਮੀ ਦੇ ਪੈਰ 'ਚ ਕੰਡਾ ਚੁਭਦਾ ਹੈ, ਉਹਨੂੰ ਕੱਢ ਕੇ ਤੁਰ ਜਾਂਦਾ ਹੈ, ਉਸ ਕੰਡੇ ਦੇ ਦਰਦ ਤੋਂ ਦੁਖੀ ਹੋ ਰਿਹਾ ਹੈ। ਹੁਣ ਜੇ ਉਸ ਆਦਮੀ ਨੂੰ ਪਤਾ ਚੱਲ ਜਾਏ ਕਿ ਕੰਡਾ ਫਲਾਂ ਆਦਮੀ ਨੇ ਉਹਦੇ ਰਾਹ 'ਚ ਰੱਖਿਆ ਸੀ ਤਾਂ ਉਹਨੂੰ ਦੁੱਖ ਦੀ ਥਾਂ ਤੇ ਗੁੱਸਾ ਆਏਗਾ। ਇਹੋ ਫਰਕ ਹੈ ਅਣਜਾਣ ਤੇ ਚੇਤਨਾ 'ਚ। ਦੁਖੀ ਹੋਣ ਨਾਲ ਵਿਮੁਖਤਾ ਪੈਦਾ ਹੁੰਦੀ ਹੈ ਤੇ ਚੇਤਨਤਾ ਨਾਲ ਗੁੱਸਾ ਆਉਂਦਾ ਹੈ। ਜ਼ਿੰਦਗੀ ਦੀ ਅਸਲੀਅਤ ਬਹੁਤ ਵਿਸ਼ਾਲ ਹੈ, ਸ਼ੋਸ਼ਣ ਦਾ ਘੇਰਾ ਵੀ। ਇਸ ਲਈ ਕੋਈ ਵੀ ਇਕੱਲਾ ਵਿਅਕਤੀ ਸ਼ੋਸ਼ਣ ਤੋਂ 100% ਚੇਤਨ ਨਹੀਂ ਹੋ ਸਕਦਾ। ਇਸ ਕਰਕੇ ਕੋਈ ਵੀ ਵਿਅਕਤੀ ਜਿਸ ਤੇ ਕਿਸੇ ਨਾ ਕਿਸੇ ਢੰਗ ਦਾ ਸ਼ੋਸ਼ਣ ਹੋ ਰਿਹਾ ਹੈ, ਵਿਮੁਖਤਾ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਏਗਾ। ਕਿਸੇ ਵਿਅਕਤੀ ਵਿੱਚ ਇਸ ਇੱਕ ਮੌਕੇ ਤੇ ਕਿੰਨੀ ਕੁ ਵਿਮੁਖਤਾ ਹੋਏਗੀ, ਇਹ ਉਹਦੀ ਚੇਤਨਾ ਦੇ ਪੱਧਰ ਤੇ ਨਿਰਭਰ ਕਰਦਾ ਹੈ। ਇਸ ਚੇਤਨਾ ਨੇ ਹੀ ਫੈਸਲਾ ਕਰਨਾ ਹੈ ਕਿ ਉਹ ਵਿਅਕਤੀ ਐਲੀਨੇਟ ਹੋਏਗਾ ਜਾਂ ਉਸ 'ਚ ਰੋਹ ਭਾਰੂ ਹੋਏਗਾ। ਇਸ ਤਰ੍ਹਾਂ ਚੇਤਨ ਮਨੁੱਖਾਂ ਦੀ ਜਥੇਬੰਦੀ, ਮੇਲ ਜੋਲ ਜਾਂ ਇਕੱਠ ਹੀ ਇੱਕੋ ਇੱਕ ਰਾਹ ਹੈ ਜੋ ਸ਼ੋਸ਼ਣ ਤੋਂ ਮੁਕਤੀ ਦੇ ਰਾਹ ਵੱਲ ਲਿਜਾ ਸਕਦਾ ਹੈ। ਇਹਦਾ ਇੱਕ ਉਦਾਹਰਨ ਹੈ, ਅਮਰੀਕੀ ਫੌਜ ਜਦੋਂ ਵੀਅਤਨਾਮ 'ਚ ਲੜ ਰਹੀ ਸੀ ਤਾਂ ਜਿੰਨੇ ਸਿਪਾਹੀ ਫੱਟੜ ਹੋ ਕੇ ਲੜਨ ਦੇ ਕਾਬਿਲ ਨਹੀਂ ਰਹੇ ਸਨ, ਉਹ ਤੋਂ ਵੱਧ ਗਿਣਤੀ ਉਹਨਾਂ ਫੌਜੀਆਂ ਦੀ ਸੀ ਜੋ ਕਿ ਮਾਨਸਿਕ ਰੋਗੀ ਹੋ ਕੇ ਲੜਨ ਦੇ ਕਾਬਿਲ ਨਹੀਂ ਰਹੇ ਸਨ। ਪਰ ਕਾਰਨ ਕੀ ਸੀ? ਅਸਲੀਅਤ ਇਹ ਸੀ ਕਿ ਵੀਅਤਨਾਮ ਵਿੱਚ ਲੜਨ ਦਾ ਨਾ ਅਮਰੀਕੀ ਫੌਜੀਆਂ ਨੂੰ, ਨਾ ਉਹਨਾਂ ਦੇ ਪਰਿਵਾਰਾਂ ਨੂੰ, ਨਾ ਹੀ ਅਮਰੀਕੀ ਲੋਕਾਂ ਨੂੰ ਫਾਇਦਾ ਸੀ। ਉਹ ਮੁੱਠੀ ਭਰ ਧਨਾਡਾਂ ਦੀ ਖਾਤਰ ਅੱਗ 'ਚ ਝੋਕ ਦਿੱਤੇ ਗਏ ਸਨ, ਪਰ ਲੜਾਈ 'ਚ ਭੇਜਣ ਤੋਂ ਪਹਿਲਾਂ ਉਹਨਾਂ ਦੇ ਦਿਮਾਗਾਂ 'ਚ ਭਰਿਆ ਗਿਆ ਕਿ ਉਹ ਬਹੁਤ ਹੀ ਬਹਾਦਰ ਸਿਪਾਹੀ ਹਨ, ਕੌਮ ਦੀ ਖਾਤਰ ਲੜਨ ਜਾ ਰਹੇ ਹਨ। ਪਰ ਉਹਨਾਂ ਦੀ ਅੰਤਰ-ਆਤਮਾ 'ਚ ਇਹ ਵਿਸ਼ਵਾਸ ਨਹੀਂ ਸੀ ਬਣਿਆ, ਤੇ ਜੇ ਬਣਿਆ ਵੀ ਸੀ ਤਾਂ ਵੀਅਤਨਾਮ ਪਹੁੰਚ ਕੇ ਸੱਚ ਜਾਣਨ ਮਗਰੋਂ ਇਹ ਵਿਸ਼ਵਾਸ ਟੁੱਟ ਗਿਆ ਸੀ, ਕਿਉਂਕਿ ਉਹ ਸਹੀ ਨਹੀਂ ਸੀ। ਉਹਨਾਂ ਦੇ ਮਨਾਂ 'ਚ ਪ੍ਰਸ਼ਨ ਬਾਰ-ਬਾਰ ਉੱਠਦਾ ਸੀ ਕਿ ਉਹ ਕਿਉਂ ਵੀਅਤਨਾਮੀ ਲੋਕਾਂ ਨੂੰ ਮਾਰ ਰਹੇ ਹੈ, ਉਹ ਕਿਉਂ ਖੁਦ ਅੱਗ 'ਚ ਝੁਲਸ ਦਿੱਤੇ ਗਏ ਹੈ। ਨਤੀਜਾ ਹੁੰਦਾ ਏ ਕਿ ਉਹਨਾਂ ਦਾ ਲੜਨ ਨੂੰ ਜੀ ਨਾ ਕਰਦਾ। ਉਹਨਾਂ ਨੂੰ ਲੱਗਦਾ ਉਹ ਡਰਪੋਕ ਹੋ ਗਏ ਹਨ, ਪਰ ਉਹਨਾਂ ਨੂੰ ਬਾਰ-ਬਾਰ ਕਿਹਾ ਜਾਂਦਾ ਸੀ ਕਿ ਉਹ ਬਹਾਦਰ ਕੌਮ ਦੇ ਬਹਾਦਰ ਸਿਪਾਹੀ ਹਨ। ਇਹ ਦੁਬਿਧਾ ਉਹਨਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਆਧਾਰ ਸੀ। ਇਸ ਤਰ੍ਹਾਂ ਜੋ ਕੰਮ ਸਿਪਾਹੀ ਦਾ ਬਾਹਰਲਾ ਮਨ ਲੜਨ ਤੋਂ ਇਨਕਾਰੀ ਹੋਣਾ ਨਹੀਂ ਸੀ ਕਰ ਸਕਦਾ, ਉਹੀ ਉਹਦੀ ਅੰਤਰ-ਆਤਮਾ ਦੂਜੇ ਢੰਗ ਨਾਲ ਪ੍ਰਾਪਤ ਕਰ ਲੈਂਦੀ ਸੀ, ਮਾਨਸਿਕ ਰੋਗਾਂ ਦੀ ਸ਼ਕਲ 'ਚ। ਹੁਣ ਜੇ ਇਹਨਾਂ ਸਿਪਾਹੀਆਂ ਨੂੰ ਕਿਸੇ ਢੰਗ ਨਾਲ ਚੇਤਨ ਕਰ ਦਿੱਤਾ ਜਾਂਦਾ ਕਿ ਕਿਵੇਂ ਜੋ ਸ਼ਕਤੀ ਉਹਨਾਂ ਨੂੰ ਵੀਅਤਨਾਮ 'ਚ ਲੜਾ ਰਹੀ ਹੈ, ਉਹ ਵੀਅਤਨਾਮੀਆਂ ਦੀ, ਅਮਰੀਕੀਆਂ ਦੀ ਤੇ ਦੁਨੀਆ ਦੇ ਸਾਰੇ ਅਮਨ ਪਸੰਦ ਲੋਕਾਂ ਦੀ ਦੁਸ਼ਮਣ ਹੈ, ਇਹੀ ਸਿਪਾਹੀ ਮਾਨਸਿਕ ਰੋਗੀ ਬਣਨ ਦੀ ਬਜਾਏ ਕੋਈ ਹੋਰ ਰਾਹ ਅਖਤਿਆਰ ਕਰਦੇ, ਭਾਵੇਂ ਉਹ ਲੜਨੋਂ ਮਨਾ ਕਰ ਦਿੰਦੇ ਜਾਂ ਵੀਅਤਨਾਮੀ ਲੋਕਾਂ ਨਾਲ ਰਲ ਕੇ ਸਹੀ ਦੁਸ਼ਮਣ ਨੂੰ ਖਦੇੜਦੇ। ਇਹੀ ਫਰਕ ਹੈ ਸ਼ੋਸ਼ਣ ਬਾਰੇ ਚੇਤਨ ਹੋਣ ਦੇ ਨਾ ਹੋਣ ਵਿੱਚ। ਧੰਨਵਾਦ।